ਵਾਹਿਗੁਰੂ ਸਾਹਿਬ ਜੀਓ। ਤੁਮਰੇ ਗੁਣ ਕਿਆ ਕਹਾ, ਮੇਰੇ ਸਤਿਗੁਰਾ। ਜਬ ਗੁਰ ਬੋਲਹਿ ਤਬ ਬਿਸਮ ਹੋਇ ਜਾਇ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। जैसे हम सतगुर राख लिए चढ़ाए। तू गुर पिता तू है गुर माता। तू गुर बंधप मेरा सखा सखा। मैं मूर्ख की केतक बात है, कोट पराधी तरियारे। गुर नानक जिन सुनिया पेखिया, से फिर गर्भास न परिया रे। गुर नानक जिन सुनिया पेखिया, से फिर गर्भास न परिया रे। परम सम्मानयोग अद्विती और अजीम सतगुरु चवर छतर तख्त दे मालिक रबी ज्ञान दे मुजस्मे साहिब श्री गुरु ग्रंथ साहिब महाराज जी दी पावन और मुकद्दस खजूरी अंदर सुभाईमान गुरमुख प्यारे सतसंगी जनो, आप जी धनता दे योग हो जिन्हां ने 8वें पातशाह श्री गुरु हरकृष्ण साहिब सच्चे पातशाह महाराज जी दे इतिहासक अस्थान गुरुद्वारा श्री बंगला साहिब विखे अज दोपहर बाद दे इस दीवान विच हाज़री भरी है। धन गुरु नानक साहिब सच्चे पातशाह महाराज जी ने इस सिख कौम ते अते पूरी मनुखता ते मानवता ते बेअंत रहमतां कीतियां ने। धन गुरु नानक साहिब सच्चे पातशाह महाराज जी दा आगमन दिवस समुचे विश्व दे अंदर आप जी ने सारियां ने रल मिल के मनाया है। पर एक दिन धन गुरु नानक साहिब महाराज जी की वडियाई करन दा अर्थ ये नहीं है कि गुरु नानक साहिब महाराज जी की आपां वडियाई दा कोई अंत पा लिया है। फिर सतगुरु जी ने उपदेश सानू की दिता है
ਕੀ ਮਹਾਰਾਜ ਨੇ ਸਾਨੂੰ ਸੰਦੇਸ਼ ਬਖਸ਼ਿਸ਼ ਕੀਤਾ ਹੈ, ਆਪਾਂ ਥੋੜ੍ਹਾ ਜਿਹਾ ਵਿਚਾਰਨ ਦਾ ਯਤਨ ਕਰਨਾ ਹੈ। ਭਾਵੇਂ ਹਜ਼ੂਰ ਨੇ 974 ਸ਼ਬਦ ਉਚਾਰਨ ਕੀਤੇ ਨੇ, ਮਹਾਰਾਜ ਜੀ ਦੀਆਂ ਹੋਰ ਵੀ ਬੇਅੰਤ ਬਾਣੀਆਂ ਨੇ, ਪਰ ਆਪਾਂ ਜਪਜੀ ਸਾਹਿਬ ਦੇ ਵਿੱਚੋਂ ਇੱਕ ਵਿਸ਼ਾ ਲੈ ਕੇ ਵਿਚਾਰ ਕਰਨ ਦਾ ਯਤਨ ਕਰਨਾ ਹੈ, ਕਿਉਂਕਿ ਆਸਾ ਕੀ ਵਾਰ ਦੇ ਵਿੱਚ ਵੀ ਬੇਅੰਤ ਵਿਸ਼ੇ ਨੇ, ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਬੇਅੰਤ ਵਿਸ਼ੇ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਆਰੰਭਤਾ ਕੀਤੀ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਦਾ ਸੁਖੈਨ ਢੰਗ ਕੀ ਹੈ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਵਾਹਿਗੁਰੂ ਨੂੰ ਪ੍ਰਾਪਤ ਕਰਨ ਦਾ ਸੁਖੈਨ ਢੰਗ ਹਜ਼ੂਰ ਕਹਿੰਦੇ ਨੇ ਇੱਕ ਟਾਈਮ ਹੈ, ਇੱਕ ਵਕਤ ਹੈ ਜਿਸ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਬਚਨ ਦੀ ਆਪਾਂ ਵਿਚਾਰ ਕਰਨ ਦਾ ਯਤਨ ਕਰਨਾ ਹੈ। ਸਾਰੀ ਇਕਾਗਰਤਾ ਬਖਸ਼ਿਸ਼ ਕਰਦਿਆਂ ਅਦਬ ਦੇ ਨਾਲ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਨਿਮਰ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਤੇ ਸਾਰੀ ਮਨੁੱਖਤਾ ਦਾ ਇਹ ਫਰਜ਼ ਹੈ, ਇੱਕ ਮਕਸਦ ਹੈ, ਏਮ ਹੈ ਕਿ ਪਰਮਾਤਮਾ ਨੂੰ ਪ੍ਰਾਪਤ ਕਰੀਏ। ਪਰ ਪਰਮਾਤਮਾ ਨੂੰ ਪ੍ਰਾਪਤ ਕਿਸ ਤਰ੍ਹਾਂ, ਕਿਸ ਢੰਗ ਦੇ ਨਾਲ ਕੀਤਾ ਜਾਵੇ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਆਮ ਤੌਰ 'ਤੇ ਆਪਾਂ ਸੰਸਾਰ ਦੇ ਵਿੱਚ ਵੇਖਦੇ ਹਾਂ ਕਿ ਜੇ ਕਿਸੇ ਨੂੰ ਪ੍ਰਸੰਨ ਕਰਨਾ ਹੋਵੇ, ਖੁਸ਼ ਕਰਨਾ ਹੋਵੇ, ਤੇ ਆਮ ਤੌਰ 'ਤੇ ਦੋ ਕੁ ਗੱਲਾਂ, ਦੋ ਕੁ ਤਰੀਕੇ ਨੇ। ਸਭ ਤੋਂ ਪਹਿਲਾਂ ਆਪਾਂ ਕਿਸੇ ਦੇ ਅੱਗੇ ਕੋਈ ਇਸ ਤਰ੍ਹਾਂ ਦੀ ਭੇਟਾ ਰੱਖੀਏ, ਕੋਈ ਤੋਹਫਾ ਦੇਈਏ ਜਿਸ ਨਾਲ ਸਾਡਾ ਕੋਈ ਪਿਆਰਾ, ਕੋਈ ਅਜ਼ੀਜ਼, ਕੋਈ ਮਿੱਤਰ ਪ੍ਰਸੰਨ ਹੋ ਜਾਵੇ। ਜੇ ਸਾਡੇ ਕੋਲ ਕੋਈ ਤੋਹਫਾ ਨਹੀਂ ਹੈ, ਦੇਣ ਵਾਸਤੇ ਕੋਈ ਵਸਤੂ ਨਹੀਂ ਹੈ, ਤੇ ਆਪਾਂ ਯਤਨ ਕਰਾਂਗੇ ਆਪਣੀ ਜ਼ੁਬਾਨ ਦੇ ਨਾਲ ਘੱਟੋ ਘੱਟ ਦੋ ਕੁ ਸ਼ਬਦ ਉਸ ਦੀ ਸਿਫਤ ਦੇ, ਵਡਿਆਈ ਦੇ ਬੋਲ ਦਈਏ, ਤਾਂ ਜੋ ਸਾਡੀ ਇਸ ਗੱਲ ਨੂੰ ਸੁਣ ਕੇ ਉਹ ਪ੍ਰਸੰਨ ਹੋ ਜਾਵੇ, ਖੁਸ਼ ਹੋ ਜਾਵੇ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੋ ਸਵਾਲ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕੀਤੇ। ਕਹਿਣ ਲੱਗੇ, ਫੇਰ ਕਿ ਅੱਗੇ ਰੱਖੀਐ ਜੇਤ ਦਿਸੈ ਦਰਬਾਰ। ਮੈਂ ਕਿਹੜੀ ਸੰਸਾਰ ਦੀ ਵਸਤੂ, ਕਿਹੜੀ ਭੇਟਾ ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਅੱਗੇ ਰੱਖਾਂ ਜਿਸ ਨਾਲ ਉਹ ਖੁਸ਼ ਹੋ ਜਾਵੇ ਤੇ ਮੈਨੂੰ ਉਸ ਦਾ ਦਰਬਾਰ, ਉਸ ਦੀ ਦਰਗਾਹ ਨਜ਼ਰ ਆ ਜਾਵੇ। ਫੇਰ ਕਿ ਅੱਗੇ ਰੱਖੀਐ ਜੇਤ ਦਿਸੈ ਦਰਬਾਰ। ਫਿਰ ਕਹਿਣ ਲੱਗੇ, ਮੈਂ ਦਿਨ ਦੇ ਵਿੱਚ ਅਨੇਕਾਂ ਬਚਨ ਬੋਲਦਾ ਹਾਂ। ਸਾਡੇ ਮਨੁੱਖਾਂ ਦਾ ਇਹ ਹਾਲ ਹੈ ਕਿ ਆਪਾਂ ਜਿਸ ਨਾਲ ਵੀ ਮਿਲ ਵਰਤਨ ਰੱਖਦੇ ਹਾਂ, ਕਿਸੇ ਦੇ ਨਾਲ ਵੀ ਮਿਲਾਪ ਕਰਦੇ ਹਾਂ ਤੇ ਜ਼ੁਬਾਨ ਦੇ ਨਾਲ ਬਹੁਤ ਸਾਰੇ ਬਚਨ ਬੋਲਦੇ ਹਾਂ। ਇੱਕ ਦੂਜੇ ਦਾ ਦੁੱਖ ਸੁੱਖ ਸਾਂਝਾ ਕਰਨ ਵਾਸਤੇ ਕਈ ਆਪਾਂ ਸ਼ਬਦ ਬੋਲਦੇ ਹਾਂ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੇ ਨਾਲ ਜਦੋਂ ਮਿਲਾਪ ਦੀ ਗੱਲ ਆਵੇ ਤੇ ਮੇਰੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਮੈਂ ਆਪਣੀ ਜ਼ੁਬਾਨ ਦੇ ਨਾਲ, ਮੁਖ ਦੇ ਨਾਲ ਕਿਹੜਾ ਬਚਨ ਬੋਲਾਂ, ਕਿਹੜਾ ਸ਼ਬਦ ਬੋਲਾਂ ਜਿਸ ਬਚਨ ਨੂੰ ਸੁਣ ਕੇ ਉਹ ਅਕਾਲ ਪੁਰਖ ਮੇਰੇ ਉੱਪਰ ਖੁਸ਼ ਹੋ ਜਾਵੇ। ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮੇਰੇ ਉੱਤੇ ਉਹ ਪਿਆਰ ਆਪਣਾ ਟਿਕਾ ਦੇਵੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਰਹਿਮਤ ਕੀਤੀ ਹੈ। ਆਪ ਹੀ ਸਵਾਲ ਕੀਤੇ ਤੇ ਫਿਰ ਆਪ ਹੀ ਸਾਨੂੰ ਜਵਾਬ ਦੇ ਦਿੱਤਾ। ਕਿਉਂਕਿ ਜੇ ਸਵਾਲ ਹਜ਼ੂਰ ਨੇ ਕੀਤਾ ਹੁੰਦਾ ਤੇ ਉੱਤਰ ਸਾਡੇ ਕੋਲੋਂ, ਜਵਾਬ ਸਾਡੇ ਕੋਲੋਂ ਮੰਗਿਆ ਹੁੰਦਾ ਤੇ ਹਰ ਇੱਕ ਸਿੱਖ ਦਾ ਵੱਖਰਾ ਵੱਖਰਾ ਜਵਾਬ ਹੋਣਾ ਸੀ, ਵੱਖਰਾ ਵੱਖਰਾ ਉੱਤਰ ਹੋਣਾ ਸੀ। ਕਿਸੇ ਸੰਸਾਰੀ ਮਨੁੱਖ ਨੇ ਕਹਿਣਾ ਸੀ ਤੁਸੀਂ ਬਹੁਤ ਸਾਰਾ ਦਾਨ ਕਰੋ, ਵਾਹਿਗੁਰੂ ਖੁਸ਼ ਹੋਵੇਗਾ। ਕਿਸੇ ਨੇ ਕਹਿਣਾ ਸੀ ਧਾਰਮਿਕ ਅਸਥਾਨ 'ਤੇ ਜਾ ਕੇ ਇਹ ਵਸਤੂ ਭੇਟਾ ਕਰੋ, ਪਰਮਾਤਮਾ ਖੁਸ਼ ਹੋਵੇਗਾ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾਲਤਾ ਕੀਤੀ ਹੈ, ਆਪ ਹੀ ਸਾਨੂੰ ਸਵਾਲ ਕਰਕੇ ਜਵਾਬ ਦੇ ਦਿੱਤਾ। ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹਜ਼ੂਰ ਕਹਿਣ ਲੱਗੇ, ਅੰਮ੍ਰਿਤ ਵੇਲਾ ਇੱਕ ਐਸਾ ਸਮਾਂ ਹੈ, ਐਸਾ ਵਕਤ ਹੈ
ਜਿਸ ਸਮੇਂ ਉਸ ਅਕਾਲ ਪੁਰਖ ਦੇ ਨਾਮ ਦੀ ਵਡਿਆਈਆਂ ਦੀ ਵਿਚਾਰ ਹੋ ਸਕਦੀ ਹੈ। ਆਪਾਂ ਆਮ ਤੌਰ 'ਤੇ ਦਿਨ ਅਤੇ ਰਾਤ ਦੇ ਵਿੱਚ ਵੇਖਦੇ ਆ, ਬਹੁਤ ਸਾਰਾ ਅੰਤਰ ਹੈ। ਦਿਨ ਦੇ ਵਕਤ ਸਾਰੀ ਦੁਨੀਆ ਕੰਮਕਾਰ ਕਰਦੀ ਹੈ, ਕਿਰਤਕਾਰ ਦੇ ਵਿੱਚ ਮਗਨ ਰਹਿੰਦੀ ਹੈ, ਆਵਾਜਾਈ ਟ੍ਰੈਫਿਕ ਬਣੀ ਰਹਿੰਦੀ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਸੰਸਾਰ ਦੀ ਕਾਰ ਦਿਨ ਦੇ ਵਕਤ ਹੀ ਚੱਲ ਰਹੀ ਹੋਵੇ, ਅਤੇ ਰਾਤ ਨੂੰ ਆਪਾਂ ਵੇਖਦੇ ਹਾਂ ਟ੍ਰੈਫਿਕ ਘੱਟ ਜਾਂਦੀ ਹੈ, ਲੋਕ ਸੌਂ ਜਾਂਦੇ ਨੇ, ਕੰਮਕਾਰ ਘੱਟ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਖਾਸ ਸਮੇਂ ਦਾ ਨਾਮ ਅੰਮ੍ਰਿਤ ਵੇਲਾ ਰੱਖਿਆ ਹੈ। ਆਪ ਜੀ ਹੈਰਾਨ ਹੋਵੋਗੇ, ਬਹੁਤ ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਧਰਮ ਪ੍ਰਚਲਿਤ ਨੇ। ਜੇ ਆਪਾਂ ਈਸਾਈਅਤ ਦੀ ਗੱਲ ਕਰੀਏ, ਜੇ ਆਪਾਂ ਮੁਸਲਿਮ ਦੀ ਗੱਲ ਕਰੀਏ, ਜੇ ਆਪਾਂ ਬੌਧ ਧਰਮ ਦੀ ਗੱਲ ਕਰੀਏ, ਜੈਨ ਧਰਮ ਦੀ ਗੱਲ ਕਰੀਏ, ਸਨਾਤਨ ਮਤ ਦੀ ਗੱਲ ਕਰੀਏ, ਹਿੰਦੂ ਮਤ ਦੀ ਗੱਲ ਕਰੀਏ, ਪਾਰਸੀ ਧਰਮ ਦੀ ਗੱਲ ਕਰੀਏ, ਤਾਂ ਸਾਰੇ ਮਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਮੌਜੂਦ ਨੇ। ਪਰ ਕਿਸੇ ਵੀ ਮਤ ਦੇ ਵਿੱਚ ਖਾਸ ਸਮੇਂ ਦੇ ਵਾਸਤੇ ਅੰਮ੍ਰਿਤ ਵੇਲਾ ਸ਼ਬਦ ਨਹੀਂ ਵਰਤਿਆ ਗਿਆ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇੱਕ ਵਿਲੱਖਣਤਾ ਹੈ ਕਿ ਹਜ਼ੂਰ ਨੇ ਅੰਮ੍ਰਿਤ ਵੇਲਾ ਸ਼ਬਦ ਵਰਤਿਆ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਰਾਤ ਦਾ ਚੌਥਾ ਪਹਿਰ ਹੈ ਅਖੀਰਲਾ, ਉਸ ਸਮੇਂ ਪਰਮਾਤਮਾ ਦੇ ਨਾਮ ਦੀਆਂ ਵਡਿਆਈਆਂ ਦੀ ਵਿਚਾਰ ਕੀਤੀ ਜਾਵੇ ਤੇ ਉਹ ਵਾਹਿਗੁਰੂ ਖੁਸ਼ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ। ਤੇ ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਉੱਠਦੇ ਨੇ, ਵਾਹਿਗੁਰੂ ਨੂੰ ਯਾਦ ਕਰਦੇ ਨੇ, ਅੰਮ੍ਰਿਤ ਵੇਲੇ ਉੱਠਣ ਦੇ ਵਕਤ ਉਹਨਾਂ ਦੇ ਮਨਾਂ ਦੇ ਵਿੱਚ ਬੜਾ ਚਾਉ ਪੈਦਾ ਹੋ ਜਾਂਦਾ ਹੈ, ਖੇੜਾ ਪੈਦਾ ਹੋ ਜਾਂਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਦੇ ਵਿੱਚ ਬੋਲ ਕਹੇ ਨੇ ਕਿ ਚੌਥਾ ਪਹਿਰ ਸਬਾਹਕ ਹੈ, ਸੁਰਤਿਆਂ ਉਪਜੈ ਚਾਉ। ਸੁਰਤਿਆਂ ਦਾ ਅਰਥ ਹੈ ਜਿਹੜੇ ਨਾਮ ਦੇ ਵਿੱਚ, ਬਾਣੀ ਦੇ ਵਿੱਚ, ਸ਼ਬਦ ਦੇ ਵਿੱਚ ਸੁਰਤ ਜੋੜਦੇ ਨੇ। ਸੁਰਤਿਆਂ ਉਪਜੈ ਚਾਉ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਉਹਨਾਂ ਦਾ ਅੰਮ੍ਰਿਤ ਵੇਲੇ ਐਸੇ ਦਰਿਆਵਾਂ ਦੇ ਨਾਲ ਮਿਲਾਪ ਹੁੰਦਾ ਹੈ। ਕਿਹੜੇ ਦਰਿਆ? ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਰੂਪੀ ਝਰਨਾ ਚੱਲ ਗਿਆ ਹੈ। ਐਸੇ ਗੁਰਮੁਖ ਪਿਆਰੇ ਉਹਨਾਂ ਦੀ ਜਦੋਂ ਸੰਗਤ ਕਰਦੇ ਨੇ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਦਰਿਆਵਾਂ ਦੇ ਨਾਲ ਦੋਸਤੀ ਹੋ ਗਈ ਹੈ। ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਇੱਥੇ ਮਨ ਮੁਖ ਪਾਠ ਇਕੱਠਾ ਨਹੀਂ ਹੈ, ਕਿਉਂਕਿ ਮਨ ਦੇ ਨੰਨੇ ਨੂੰ ਵੀ ਸਿਹਾਰੀ ਆਈ ਹੈ ਤੇ ਮੁਖ ਦੇ ਖੱਖੇ ਨੂੰ ਵੀ ਸਿਹਾਰੀ ਆਈ ਹੈ। ਇਸ ਦਾ ਅਰਥ ਹੈ ਮਨ ਵਿੱਚ ਤੇ ਮੁਖ ਵਿੱਚ। ਉਹਨਾਂ ਦੇ ਮਨ ਵਿੱਚ ਵੀ ਵਾਹਿਗੁਰੂ ਦਾ ਨਾਮ ਹੁੰਦਾ ਹੈ ਤੇ ਮੁਖ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੁੰਦਾ ਹੈ। ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਬਾਬਾ ਫਰੀਦ ਸਾਹਿਬ ਜੀ ਦੇ ਆਪ ਜੀ ਦੇ ਨਾਲ ਬਚਨ ਸਾਂਝੇ ਕਰਨੇ ਨੇ। ਭਾਵੇਂ ਬਾਬਾ ਫਰੀਦ ਸਾਹਿਬ ਜੀ ਚਿਸ਼ਤੀ ਸਿਲਸਿਲੇ ਦੇ ਨਾਲ ਸੰਬੰਧ ਰੱਖਦੇ ਨੇ, ਇਸਲਾਮ ਨੂੰ ਮੰਨਦੇ ਨੇ, ਪਰ ਬਾਬਾ ਫਰੀਦ ਸਾਹਿਬ ਜੀ ਨੇ ਵੀ ਅੰਮ੍ਰਿਤ ਵੇਲੇ ਦੀ ਪਿਛਲ ਰਾਤ ਦੀ ਬੜੀ ਵਡਿਆਈ ਕੀਤੀ ਹੈ। ਬਾਬਾ ਜੀ ਨੇ ਅੰਮ੍ਰਿਤ ਵੇਲੇ ਦੀ ਜਿਹੜੀ ਤਸ਼ਬੀਹ ਹੈ ਇੱਕ ਫਲਦਾਰ ਪੌਦੇ ਦੇ ਨਾਲ ਦਿੱਤੀ ਹੈ। ਬਾਬਾ ਜੀ ਕਹਿੰਦੇ ਨੇ ਕੋਈ ਫਲਦਾਰ ਬੂਟਾ ਹੋਵੇ ਤੇ ਉਸਦਾ ਕੋਈ ਟਾਈਮ ਹੁੰਦਾ ਹੈ, ਸਮਾਂ ਹੁੰਦਾ ਹੈ। ਜਦੋਂ ਆਪਾਂ ਉਸ ਬੂਟੇ ਨੂੰ ਜ਼ਮੀਨ ਦੇ ਵਿੱਚ ਲਾਉਂਦੇ ਹਾਂ, ਬੀਜਦੇ ਹਾਂ, ਤੇ ਉਸੇ ਵਕਤ ਉਹ ਫਲ ਨਹੀਂ ਦਿੰਦਾ। ਕਈ ਮਹੀਨਿਆਂ ਦਾ, ਕਈ ਸਾਲਾਂ ਦਾ ਵਕਤ ਲੱਗ ਜਾਂਦਾ ਹੈ। ਫਿਰ ਜਾ ਕੇ ਜਦੋਂ ਆਪਾਂ ਉਸ ਨੂੰ ਪਾਣੀ ਦਿੰਦੇ ਹਾਂ, ਖਾਦ ਦਿੰਦੇ ਹਾਂ, ਉਸ ਦੀ ਸੇਵਾ ਸੰਭਾਲ ਕਰਦੇ ਹਾਂ, ਫਿਰ ਜਾ ਕੇ ਉਸ ਉੱਪਰ ਪੱਤੇ ਲੱਗਦੇ ਨੇ, ਫਿਰ ਉਹ ਟਹਿਣੀਆਂ ਵੱਡੀਆਂ ਹੁੰਦੀਆਂ ਨੇ, ਫਿਰ ਅਖੀਰ 'ਤੇ ਫਲ ਲੱਗਦੇ ਨੇ। ਤੇ ਬਾਬਾ ਜੀ ਕਹਿੰਦੇ ਨੇ ਜਿਹੜਾ ਰਾਤ ਦਾ ਸਮਾਂ ਹੈ, ਰਾਤ ਦੀ ਜਦੋਂ 6 ਤੋਂ 9 ਵਜੇ ਆਰੰਭਤਾ ਹੁੰਦੀ ਹੈ, ਇਸ ਸਮੇਂ ਦੇ ਵਿੱਚ ਬਾਬਾ ਜੀ ਕਹਿੰਦੇ ਨੇ ਫੁੱਲ ਲੱਗਦੇ ਨੇ। ਉਸ ਤੋਂ ਬਾਅਦ ਹੌਲੀ ਹੌਲੀ ਰਾਤ ਜਦੋਂ ਗੁਜ਼ਰਦੀ ਹੈ, ਬੀਤਦੀ ਹੈ, ਤੇ ਇਹ ਜਿਹੜਾ ਸਮਾਂ ਹੈ ਇਹ ਰਸ ਦੇ ਨਾਲ ਭਰੀ ਜਾਂਦਾ ਹੈ। ਅਖੀਰਲੇ ਸਮੇਂ ਦੇ ਵਿੱਚ ਜਾ ਕੇ, ਚੌਥੇ ਪਹਿਰ ਦੇ ਵਿੱਚ ਜਾ ਕੇ ਇੱਕ ਸੋਹਣਾ ਫੁੱਲ ਖਿੜ ਜਾਂਦਾ ਹੈ, ਫਲ ਖਿੜ ਜਾਂਦਾ ਹੈ। ਬਾਬਾ ਜੀ ਕਹਿੰਦੇ ਨੇ ਪਹਿਲਾ ਪਹਿਰਾ ਫੁੱਲੜਾ। ਪਹਿਲੇ ਪਹਿਰ ਦੇ ਵਿੱਚ ਫੁੱਲ ਖਿੜਦਾ ਹੈ, ਪਹਿਲਾ ਪਹਿਰਾ ਫੁੱਲੜਾ। ਫਲ ਭੀ ਪੱਛਾ ਰਾਤ, ਜੋ ਜਾ ਗੰਨ ਲਹਨ ਸੇ ਸਾਈ ਕੰਨੋ ਦਾਤ।
ਜਿਹੜੇ ਅਖੀਰਲੇ ਪੈਰ ਦੇ ਵਿੱਚ ਜਾਗਦੇ ਨੇ ਉਹ ਸਾਈਂ ਦੇ ਕੋਲੋਂ, ਮਾਲਕ ਦੇ ਕੋਲੋਂ ਦਾਤ ਪ੍ਰਾਪਤ ਕਰ ਲੈਂਦੇ ਨੇ। ਕਿਹੜੀ ਦਾਤ? ਬਾਬਾ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਬੜੀਆਂ ਅਮੋਲਕ ਵਸਤੂਆਂ ਨੇ, ਬੇਸ਼ਕੀਮਤੀ ਵਸਤੂਆਂ ਨੇ। ਬੇਸ਼ਕੀਮਤੀ ਵਸਤੂਆਂ ਦੇ ਵਿੱਚੋਂ ਇੱਕ ਕਸਤੂਰੀ ਮੰਨੀ ਜਾਂਦੀ ਹੈ, ਜੋ ਕਿ ਕਾਲੇ ਹਿਰਨ ਦੀ ਨਾਭੀ ਦੇ ਵਿੱਚ ਹੁੰਦੀ ਹੈ। ਉਸ ਹਿਰਨ ਦਾ ਨਾਮ ਹੀ ਕਸਤੂਰਾ ਹਿਰਨ ਹੈ। ਹਰੇਕ ਹਿਰਨ ਦੀ ਨਾਭੀ ਦੇ ਵਿੱਚ, ਧੁੰਨੀ ਦੇ ਵਿੱਚ ਉਹ ਕਸਤੂਰੀ ਨਹੀਂ ਹੁੰਦੀ। ਤੇ ਜਿਸ ਇਲਾਕੇ ਦੇ ਵਿੱਚ ਹੋਵੇ, ਜਿਸ ਹਿਰਨ ਦੀ ਨਾਭੀ ਦੇ ਵਿੱਚ ਹੋਵੇ ਉਹ ਕਾਲਾ ਹਿਰਨ, ਤੇ ਉਸ ਨੂੰ ਕਸਤੂਰਾ ਹਿਰਨ ਕਰਕੇ ਜਾਣਿਆ ਜਾਂਦਾ ਹੈ। ਤੇ ਬਾਬਾ ਜੀ ਕਹਿੰਦੇ ਨੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅੰਮ੍ਰਿਤ ਵੇਲੇ ਕਸਤੂਰੀ ਵੰਡੀ ਜਾ ਰਹੀ ਹੋਵੇ, ਬਹੁਤ ਬੇਸ਼ਕੀਮਤੀ ਵਸਤੂ। ਫਰੀਦਾ ਰਾਤ ਕਸਤੂਰੀ ਵੰਡੀ ਹੈ। ਪਰ ਇੱਕੋ ਗੱਲ ਉਹਨਾਂ ਨੇ ਕਈ ਕਹਿਣ ਲੱਗੇ, ਜਿਹੜੇ ਉਸ ਅੰਮ੍ਰਿਤ ਵੇਲੇ ਸੁੱਤੇ ਰਹੇ ਉਹਨਾਂ ਨੂੰ ਉਸ ਕਸਤੂਰੀ ਦੇ ਵਿੱਚ ਕੋਈ ਹਿੱਸਾ ਮਿਲਿਆ ਹੀ ਨਹੀਂ, ਕੋਈ ਭਾਗ ਮਿਲਿਆ ਹੀ ਨਹੀਂ। ਫਰੀਦਾ ਪਿਛਲ ਰਾਤ ਨਾ ਜਾਗਿਓ ਹੈ, ਜੀਵਦੜੋਂ ਮੋਇਓ ਹੈ। ਜਿਹੜੇ ਜਿਉਂਦਿਆਂ ਹੋਇਆਂ ਵੀ ਸੁੱਤੇ ਰਹੇ, ਬਾਬਾ ਜੀ ਕਹਿੰਦੇ ਨੇ ਉਹ ਮਰਿਆਂ ਦੀ ਤਰ੍ਹਾਂ ਨੇ। ਫਰੀਦਾ ਪਿਛਲ ਰਾਤ ਨਾ ਜਾਗਿਓ ਹੈ, ਜੀਵਦੜੋਂ ਮੋਇਓ ਹੈ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਬਾਬਾ ਜੀ ਕਹਿੰਦੇ ਨੇ ਰਾਤ ਕਥੂਰੀ ਵੰਡੀਐ, ਸੁੱਤਿਆ ਮਿਲੈ ਨਾ ਘਾਓ, ਸੁੱਤਿਆਂ ਮਿਲੈ ਨਾ ਭਾਓ। ਜਿਨ੍ਹਾਂ ਨੈਣ ਨੀਂਦਰਾਵਲੇ ਤਿਨਾਂ ਮਿਲਣ ਕੋ ਆਓ। ਜਿਹੜੇ ਸੁੱਤੇ ਰਹਿੰਦੇ ਨੇ ਮਾਲਕ ਦੇ ਵੱਲੋਂ, ਉਹਨਾਂ ਨੂੰ ਬੜੇ ਕਠਿਨ ਬੋਲ ਸਹਿਣੇ ਪੈਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਸਾਨੂੰ ਸੁਖੈਨ ਮਾਰਗ, ਇੱਕ ਰਸਤਾ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਸਮਝਾ ਰਹੇ ਨੇ, ਉਸ ਦੀ ਵਡਿਆਈ ਬਾਕੀ ਗੁਰੂ ਸਾਹਿਬਾਨ ਨੇ ਜਾਂ ਭਗਤਾਂ ਨੇ ਵੀ ਬਹੁਤ ਕੀਤੀ ਹੈ। ਮਹਾਰਾਜ ਅੰਮ੍ਰਿਤ ਬਾਣੀ ਦੇ ਵਿੱਚ ਕਹਿੰਦੇ ਨੇ, ਨਾਉ ਪ੍ਰਭਾਤੈ ਸ਼ਬਦ ਧਿਆਈਐ, ਛੋਡੋ ਦੁਨੀ ਪ੍ਰੀਤਾ, ਪ੍ਰਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਦੁਨੀਆ ਇੱਕ ਦੂਜੇ ਨੂੰ ਜਿੱਤਣ ਦੀ ਗੱਲ ਕਰਦੀ ਹੈ, ਦੁਨੀਆ ਇੱਕ ਦੇਸ਼ ਦੂਜੇ ਦੇਸ਼ ਨੂੰ ਜਿੱਤਣ ਦੀ ਗੱਲ ਕਰਦੀ ਹੈ। ਮਹਾਰਾਜ ਜੀ ਕਹਿੰਦੇ ਨੇ ਪਰ ਅਸਲ ਜਿੱਤਣ ਵਾਲਾ ਉਹ ਮਨੁੱਖ ਹੈ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਜੀਤੈ ਜਗ ਜੀਤ। ਤੇ ਹਜ਼ੂਰ ਅੰਮ੍ਰਿਤ ਬਾਣੀ ਦੇ ਵਿੱਚ ਕਹਿੰਦੇ ਨੇ, ਨਾਉ ਪ੍ਰਭਾਤੈ ਸ਼ਬਦ ਧਿਆਈਐ, ਛੋਡੋ ਦੁਨੀ ਪ੍ਰੀਤਾ, ਪ੍ਰਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਅੰਮ੍ਰਿਤ ਵੇਲੇ ਐਸਾ ਮਾਹੌਲ ਹੁੰਦਾ ਹੈ ਜੋ ਕਿ ਮਨ ਦੇ ਉੱਤੇ ਬੜਾ ਪ੍ਰਭਾਵ ਪਾਉਂਦਾ ਹੈ। ਹਜ਼ੂਰ ਕਹਿੰਦੇ ਨੇ ਨਾਮ ਦੀਆਂ ਤਰੰਗਾਂ ਸਾਰੇ ਵਾਤਾਵਰਨ ਨੂੰ ਬੜਾ ਰਸਦਾਇਕ ਬਣਾ ਦਿੰਦੀਆਂ ਨੇ। ਚਿੜੀ ਚਹੁਕੀ ਪਹੁ ਫੁੱਟੀ, ਜਦੋਂ ਪੰਛੀ ਚਹਿ ਚਹਾਉਂਦੇ ਨੇ ਅੰਮ੍ਰਿਤ ਵੇਲੇ, ਚਿੜੀ ਚਹੁਕੀ ਪਹੁ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮ ਹੈ ਰੰਗ। ਨਾਮ ਦੇ ਰੰਗ ਦੇ ਨਾਲ ਸੰਤ ਜਨ ਉਸ ਵਾਤਾਵਰਨ ਨੂੰ ਬਹੁਤ ਰਸਦਾਇਕ ਬਣਾ ਦਿੰਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਹਰੇਕ ਮਨੁੱਖ ਦਾ ਫਰਜ਼ ਬਣਦਾ ਹੈ ਪਰਮਾਤਮਾ ਨੂੰ ਮਿਲਣਾ। ਤੇ ਪਰਮਾਤਮਾ ਨੂੰ ਮਿਲਣ ਵਾਸਤੇ ਅੰਮ੍ਰਿਤ ਵੇਲਾ ਬਹੁਤ ਸਹਾਇਕ ਹੁੰਦਾ ਹੈ। ਆਮ ਤੌਰ 'ਤੇ ਆਪਾਂ ਇਹ ਵੀ ਸਵਾਲ ਕਰਦੇ ਨੇ ਆ ਕਿ ਜੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ ਹੈ, ਜੇ ਉਹ ਸਮੇਂ ਦਾ ਨਾਮ ਹੀ ਅੰਮ੍ਰਿਤ ਵੇਲਾ ਹੈ, ਤੇ ਬਾਕੀ ਸਮੇਂ ਦੇ ਵਿੱਚ ਜੇ ਵਾਹਿਗੁਰੂ ਨੂੰ ਧਿਆਇਆ ਜਾਏ, ਯਾਦ ਕੀਤਾ ਜਾਏ, ਕਿ ਉਹ ਅੰਮ੍ਰਿਤ ਵੇਲਾ ਨਹੀਂ ਹੋਵੇਗਾ? ਪੁਰਾਣੀ ਗੱਲ ਹੈ, ਅੰਮ੍ਰਿਤਸਰ ਸਾਹਿਬ ਖਾਲਸਾ ਕਾਲਜ ਦੇ ਵਿੱਚ ਗਿਆਨੀ ਠਾਕੁਰ ਸਿੰਘ ਜੀ ਪੜ੍ਹਾਇਆ ਕਰਦੇ ਸਨ। ਗਿਆਨੀ ਠਾਕੁਰ ਸਿੰਘ ਜੀ ਨੂੰ ਇੱਕ ਵਿਦਿਆਰਥੀ ਨੇ ਉੱਠ ਕੇ ਸਵਾਲ ਕੀਤਾ, ਕਹਿਣ ਲੱਗਾ, ਗਿਆਨੀ ਜੀ ਤੁਸੀਂ ਕਹਿੰਦੇ ਹੋ ਅੰਮ੍ਰਿਤ ਵੇਲਾ ਸੱਚ, ਨਾਉ ਵਡਿਆਈ ਵਿਚਾਰ, ਕਿ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਨਾਮ ਦੀ ਵਡਿਆਈ ਦੀ ਵਿਚਾਰ ਹੁੰਦੀ ਹੈ। ਪਰ ਇੱਕ ਸਵਾਲ ਹੈ ਮੇਰਾ। ਕਹਿਣ ਲੱਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੀ ਇਹ ਪੰਕਤੀ ਹੈ ਕਿ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਜੇ ਕੋਈ ਮਨੁੱਖ ਵੇਲੇ ਦੀ ਵਿਚਾਰ ਕਰਦਾ ਰਹੇ ਤੇ ਕਿਸ ਸਮੇਂ ਫਿਰ ਭਗਤੀ ਹੋਵੇਗੀ? ਗਿਆਨੀ ਠਾਕੁਰ ਸਿੰਘ ਜੀ ਕਹਿਣ ਲੱਗੇ ਕਿ ਇੱਕ ਗੱਲ ਦੱਸ, ਜੇ ਕੋਈ ਮਨੁੱਖ 8-9 ਵਜੇ ਉੱਠੇ, ਉਸ ਸਮੇਂ ਉੱਠ ਕੇ ਵਾਹਿਗੁਰੂ ਨੂੰ ਯਾਦ ਕਰੇ, ਉਸ ਦੀਆਂ ਵਡਿਆਈਆਂ ਨੂੰ ਗਾਇਨ ਕਰੇ, ਉਸ ਸਮੇਂ ਨੂੰ ਕੀ ਕਹਾਂਗੇ? ਕਹਿਣ ਲੱਗਾ ਅੰਮ੍ਰਿਤ ਵੇਲਾ। ਕਹਿਣ ਲੱਗੇ ਜੇ ਦੁਪਹਿਰ ਵੇਲੇ ਕੋਈ ਸੱਜਣ
ਵਾਹਿਗੁਰੂ ਨੂੰ ਯਾਦ ਕਰੇ ਉਸ ਸਮੇਂ ਨੂੰ ਕੀ ਕਹਾਂਗੇ? ਕਹਿਣ ਲੱਗਾ ਅੰਮ੍ਰਿਤ ਵੇਲਾ ਹੋਵੇਗਾ। ਸ਼ਾਮ ਦੇ ਵੇਲੇ ਕਹਿਣ ਲੱਗਾ ਉਸ ਸਮੇਂ ਨੂੰ ਵੀ ਆਪਾਂ ਅੰਮ੍ਰਿਤ ਵੇਲਾ ਕਹਾਂਗੇ। ਗਿਆਨੀ ਠਾਕੁਰ ਸਿੰਘ ਜੀ ਕਹਿਣ ਲੱਗੇ ਕਿ ਜੇ ਕੋਈ ਮਨੁੱਖ ਸਵੇਰ ਵੇਲੇ ਉੱਠ ਕੇ ਵਾਹਿਗੁਰੂ ਨੂੰ ਯਾਦ ਕਰਦਾ ਹੈ ਉਹ ਅੰਮ੍ਰਿਤ ਵੇਲਾ ਬਣ ਜਾਂਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਯਾਦ ਨਾ ਕਰੇ ਉਸ ਸਮੇਂ ਨੂੰ ਆਪਾਂ ਅੰਮ੍ਰਿਤ ਵੇਲਾ ਨਹੀਂ ਕਹਾਂਗੇ, ਉਸ ਵੇਲੇ ਨੂੰ ਆਪਾਂ ਸ਼ਾਹ ਵੇਲਾ ਕਹਾਂਗੇ। ਦੁਪਹਿਰ ਵੇਲੇ ਜੇ ਕੋਈ ਵਾਹਿਗੁਰੂ ਨੂੰ ਯਾਦ ਕਰਦਾ ਅੰਮ੍ਰਿਤ ਵੇਲਾ ਹੈ, ਪਰ ਯਾਦ ਨਾ ਕਰੇ ਉਹ ਰੋਟੀ ਵੇਲਾ ਹੋਵੇਗਾ, ਉਹ ਅੰਮ੍ਰਿਤ ਵੇਲਾ ਨਹੀਂ। ਜੇ ਕੋਈ ਮਨੁੱਖ ਸ਼ਾਮ ਨੂੰ ਵਾਹਿਗੁਰੂ ਨੂੰ ਯਾਦ ਕਰਦਾ ਅੰਮ੍ਰਿਤ ਵੇਲਾ ਹੈ, ਪਰ ਇਹ ਯਾਦ ਨਹੀਂ ਕਰਦਾ ਤੇ ਅੰਮ੍ਰਿਤ ਵੇਲਾ ਨਹੀਂ, ਉਹ ਲੌਡਾ ਵੇਲਾ ਹੋਵੇਗਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਸਮੇਂ ਦੇ ਨਾਲ ਅੰਮ੍ਰਿਤ ਵੇਲਾ ਸ਼ਬਦ ਜੋੜਿਆ, ਭਾਵੇਂ ਕੋਈ ਮਨੁੱਖ ਉਸ ਵੇਲੇ ਵਾਹਿਗੁਰੂ ਨੂੰ ਯਾਦ ਕਰੇ ਭਾਵੇਂ ਨਾ ਕਰੇ, ਮਹਾਰਾਜ ਨੇ ਉਸ ਸਮੇਂ ਦਾ ਨਾਮ ਅੰਮ੍ਰਿਤ ਵੇਲਾ ਰੱਖਿਆ ਹੈ। ਉਸ ਸਮੇਂ ਨੂੰ ਸਿੱਖ ਧਰਮ ਦੇ ਵਿੱਚ ਹੋਰ ਕਿਸੇ ਨਾਮ ਦੇ ਨਾਲ ਯਾਦ ਨਹੀਂ ਕੀਤਾ ਜਾਂਦਾ, ਭਾਵੇਂ ਕਿ ਵੱਖ-ਵੱਖ ਧਰਮਾਂ ਦੇ ਵਿੱਚ ਉਸ ਸਮੇਂ ਦਾ ਨਾਮ ਤਬਦੀਲ ਹੋ ਜਾਂਦਾ ਹੈ। ਸਨਾਤਨ ਮਤ ਦੇ ਵਿੱਚ ਉਸ ਸਮੇਂ ਦਾ ਨਾਮ ਬ੍ਰਹਮ ਮੁਹੂਰਤ ਹੈ ਤੇ ਇਸਲਾਮ ਦੇ ਵਿੱਚ ਇਸ ਨੂੰ ਨੂਰੇ ਪਾਕ ਆਖਿਆ ਜਾਂਦਾ ਹੈ। ਕਈ ਸੱਜਣ ਸੁਬਾ ਸਾਧਕ ਆਖਦੇ ਨੇ, ਪਰ ਸਿੱਖ ਧਰਮ ਦੇ ਅੰਦਰ ਚੌਥਾ ਪਹਿਰ ਕਰਕੇ ਆਇਆ, ਅੰਮ੍ਰਿਤ ਵੇਲਾ ਆਇਆ ਤੇ ਬਾਬਾ ਫਰੀਦ ਸਾਹਿਬ ਜੀ ਨੇ ਪਿਛਲ ਰਾਤ ਸ਼ਬਦ ਵਰਤਿਆ ਹੈ ਤੇ ਹਜ਼ੂਰ ਅੰਮ੍ਰਿਤ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਇਸ ਸਮੇਂ ਦੀ ਬੜੀ ਮਹਾਨਤ ਹੈ। ਕਿੰਨੀ ਕੁ ਮਹਾਨਤ ਹੈ? ਥੋੜ੍ਹਾ ਜਿਹਾ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਵੱਲ ਆਉਣਾ ਹੈ, ਕਿਉਂਕਿ ਪੂਰੇ ਵਿਸ਼ਵ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ ਹੈ। ਭਾਵੇਂ ਬਾਣੀ ਦੇ ਉਪਦੇਸ਼ ਦੇ ਰੂਪ ਦੇ ਵਿੱਚ, ਭਾਵੇਂ ਇਤਿਹਾਸ ਦੇ ਰੂਪ ਦੇ ਵਿੱਚ ਯਾਦ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 14-15 ਸਾਲ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਨੁਸਾਰ ਯਾਤਰਾਵਾਂ ਉਦਾਸੀਆਂ ਕੀਤੀਆਂ ਨੇ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ 1521 ਈਸਵੀ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ, ਜਿੱਥੇ ਹਜ਼ੂਰ ਨੇ ਧਰਮਸ਼ਾਲਾ ਬਣਾਈ ਹੋਈ ਸੀ, ਉੱਥੋਂ ਦਾ ਜੋ ਰੋਜ਼ ਦਾ ਨਿਯਮ ਸੀ, ਰੂਟੀਨ ਸੀ, ਉਹ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਦੇ ਵਿੱਚ ਬਿਆਨ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਹਾਰਾਜ ਸ਼ਾਮ ਨੂੰ ਸੋਦਰ ਗਾਇਨ ਕਰਦੇ ਸਨ, ਆਰਤੀ ਗਾਇਨ ਕਰਦੇ ਸਨ ਤੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਉਚਾਰਨ ਕਰਦੇ ਨੇ। ਇਸ ਦਾ ਅਰਥ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਖੁਦ ਆਪ ਸਿੱਖਾਂ ਨੂੰ ਜਿੱਥੇ ਸੰਦੇਸ਼ ਉਪਦੇਸ਼ ਦੇ ਰਹੇ ਨੇ, ਪਹਿਲਾਂ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਉਪਦੇਸ਼ ਦੇ ਉੱਪਰ ਬਹੁਤ ਜ਼ਬਰਦਸਤ ਪਹਿਰਾ ਦਿੰਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਮਿਲਾਪ ਹੋਇਆ ਨਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 3 ਬਚਨ ਕਹੇ ਸਨ। ਪਹਿਲਾ ਬਚਨ ਕਿਹਾ ਸੀ ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਫਿਰ ਦੂਜਾ ਬਚਨ ਕਿਹਾ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਜਾਗ ਕੇ ਵਾਹਿਗੁਰੂ ਨੂੰ ਯਾਦ ਕਰਨਾ ਹੈ। ਤੇ ਤੀਜਾ ਬਚਨ ਕਿਹਾ ਸੀ ਕਿ ਜਿਹੜਾ ਕੋਈ ਭਲਾ ਪੁਰਸ਼ ਮਿਲੇ ਉਸ ਦੀ ਸੇਵਾ ਕਰਨੀ ਹੈ। ਇਹ 3 ਬਚਨ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਹੇ, ਇਸ ਵਿੱਚ ਕਦੇ ਵੀ ਭਾਈ ਮਰਦਾਨਾ ਜੀ ਨੇ ਢਿੱਲ ਨਹੀਂ ਕੀਤੀ। ਨਾਲ ਹੀ ਮਹਾਰਾਜ ਦੇ ਉੱਠਦੇ ਸਨ, ਨਾਲ ਹੀ ਸਫ਼ਰ ਕਰਦੇ ਸਨ ਤੇ ਕਈ ਵਾਰ ਜਦੋਂ ਬਹੁਤ ਜ਼ਿਆਦਾ ਭੁੱਖ ਲੱਗਦੀ ਸੀ ਉਸ ਸਮੇਂ ਵੀ ਸਹਿਣ ਕਰਦੇ ਸਨ, ਪਰ ਅੰਮ੍ਰਿਤ ਵੇਲਾ ਕਦੇ ਨਹੀਂ ਛੱਡਿਆ, ਕਦੇ ਨਹੀਂ ਤਿਆਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਜੇ ਥੋੜ੍ਹੇ ਜਿਹੇ ਜਦੋਂ ਵੱਡੇ ਹੋਏ ਤੇ ਇਤਿਹਾਸ ਕਹਿੰਦਾ ਹੈ ਕਿ ਪਰਿਵਾਰ ਨੂੰ, ਮਾਤਾ ਪਿਤਾ ਨੂੰ ਚਿੰਤਾ ਹੋਈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਈ ਵਪਾਰ ਵੱਡਾ ਨਹੀਂ ਕਰਦੇ, ਕੋਈ ਬਹੁਤਾ ਹੀ ਪੈਸਾ ਇਕੱਠਾ ਨਹੀਂ ਕਰਦੇ। ਭਾਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਪਾਰ ਵੀ ਕੀਤਾ ਹੈ, ਦੁਕਾਨਦਾਰੀ ਵੀ ਕੀਤੀ ਹੈ, ਖੇਤੀਬਾੜੀ ਵੀ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਨੌਕਰੀ ਵੀ ਕੀਤੀ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅੱਜ ਵੀ ਕਈ ਲੋਕ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੰਮਕਾਰ ਛੱਡ ਕੇ ਵਾਹਿਗੁਰੂ ਨੂੰ ਯਾਦ ਕਰਦੇ ਰਹਿੰਦੇ ਸਨ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਦੇ ਸਿੱਖ ਨੂੰ ਨਹੀਂ ਕਿਹਾ, ਉਪਦੇਸ਼ ਨਹੀਂ ਦਿੱਤਾ ਕਿ ਤੁਸੀਂ ਕਿਰਤਕਾਰ ਛੱਡ ਕੇ ਤੁਸੀਂ ਇੱਕ ਥਾਂ ਤੇ ਬੈਠ ਕੇ, ਭੋਰੇ ਦੇ ਵਿੱਚ ਬੈਠ ਕੇ, ਜਾਂ ਕਿਸੇ ਖਾਸ ਅਸਥਾਨ ਤੇ ਕੰਦਰਾਂ ਦੇ ਵਿੱਚ ਜਾ ਕੇ, ਪਹਾੜ ਤੇ ਜਾ ਕੇ ਤੁਸੀਂ ਵਾਹਿਗੁਰੂ ਨੂੰ ਜਾਂ ਹੋਰ ਦੇਵੀ ਦੇਵਤੇ ਨੂੰ ਯਾਦ ਕਰੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਉਪਦੇਸ਼ ਦਿੱਤੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੁਸੀਂ ਕਿਰਤਕਾਰ ਜ਼ਰੂਰ ਕਰਨੀ ਹੈ, ਫਿਰ ਵਾਹਿਗੁਰੂ ਨੂੰ ਵੀ ਯਾਦ ਕਰਨਾ ਹੈ, ਤੇ ਜੋ ਕੋਈ ਤੁਹਾਡੇ ਕੋਲ ਹੈ ਉਸ ਵਿੱਚੋਂ ਵੰਡ ਕੇ ਛਕਣਾ ਹੈ। ਲੋੜਵੰਦ ਦੀ, ਗਰੀਬ ਦੀ ਸਹਾਇਤਾ ਕਰਨੀ ਹੈ। ਇਹ ਇਤਿਹਾਸ ਕਹਿੰਦਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਖੱਤਰੀ ਘਰਾਣੇ ਦੇ ਨਾਲ ਸੰਬੰਧ ਰੱਖਦੇ ਸਨ, ਤੇ ਮਾਤਾ ਪਿਤਾ ਪਰਿਵਾਰ ਹੀ ਚਾਹੁੰਦਾ ਸੀ ਸਾਡਾ ਜਿਹੜਾ ਪੁੱਤਰ ਹੈ ਇਹ ਬਹੁਤ ਵੱਡਾ ਵਪਾਰੀ ਹੋਵੇ ਤੇ ਬਹੁਤ ਸਾਰਾ ਧਨ ਇਕੱਠਾ ਕਰਕੇ ਸਾਡੇ ਨਾਮ ਨੂੰ ਰੌਸ਼ਨ ਕਰੇ, ਸਾਡੇ ਨਾਮ ਨੂੰ ਉੱਚਾ ਕਰੇ। ਬਾਬਾ ਕਲਿਆਣ ਦਾਸ ਜੀ ਦੀ ਬੜੀ ਦਿਲੀ ਇੱਛਾ ਸੀ ਕਿ ਮੈਂ ਤੇ ਪਟਵਾਰੀ ਲੱਗਾ ਹੋਇਆ, ਇਹ ਮੇਰੇ ਤੋਂ ਵੀ ਉੱਪਰ ਕੋਈ ਅਹੁਦੇ ਦੇ ਉੱਪਰ ਸੁਭਾਇਮਾਨ ਹੋਵੇ। ਤੇ ਅੱਜ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਬੇਟਾ ਨਾਨਕ, ਜੇ ਕੋਈ ਹੋਰ ਕੰਮਕਾਰ ਨਹੀਂ ਕਰਨਾ ਤੇ ਘੱਟੋ ਘੱਟ ਕੋਈ ਦੁਕਾਨਦਾਰੀ ਕਰ ਲੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਪਏ, ਹੱਸ ਪਏ, ਕਹਿਣ ਲੱਗੇ ਮਾਤਾ ਜੀ ਦੁਕਾਨ ਤੇ ਪਹਿਲਾਂ ਹੀ ਮੈਂ ਖੋਲੀ ਹੋਈ ਏ। ਕਹਿਣ ਲੱਗੇ ਕਿਹੜੀ ਦੁਕਾਨ? ਕਿ ਉਸ ਦੁਕਾਨ ਦੇ ਉੱਪਰ ਕੋਈ ਸੌਦਾ ਲੈਣ ਵਾਸਤੇ, ਕੋਈ ਵੱਖਰ ਲੈਣ ਵਾਸਤੇ ਵੀ ਆਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਮਾਤਾ ਜੀ ਜਿਹੜੀ ਮੇਰੀ ਉਹ ਦੁਕਾਨ ਹੈ ਅੰਮ੍ਰਿਤ ਵੇਲੇ ਖੁੱਲ੍ਹਦੀ ਹੈ, ਤੇ ਉਸ ਦੁਕਾਨ ਦੇ ਉੱਤੇ ਇੰਨੇ ਕੁ ਗ੍ਰਾਹਕ ਆਉਂਦੇ ਨੇ, ਇੰਨੇ ਕੁ ਲੋਕ ਆਉਂਦੇ ਨੇ, ਸੌਦਾ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਕਤਾਰਾਂ ਲੱਗੀਆਂ ਹੁੰਦੀਆਂ ਨੇ, ਲਾਈਨਾਂ ਲੱਗੀਆਂ ਹੁੰਦੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦੁਕਾਨ ਤੋਂ ਭਾਵ ਹਰੀ ਦੇ ਨਾਮ ਤੋਂ ਹੈ। ਤੇ ਜਿਹੜੀ ਉਸ ਦੁਕਾਨ ਦੇ ਵਿੱਚ ਵਸਤੂ ਵੰਡੀ ਜਾ ਰਹੀ ਹੈ, ਵੇਚੀ ਜਾ ਰਹੀ ਹੈ, ਉਹ ਹੈ ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ, ਪਰਮਾਤਮਾ ਦੀ ਸਿਫਤ ਸਲਾਹ, ਜਿਸ ਨੂੰ ਹਜ਼ੂਰ ਅੰਮ੍ਰਿਤ ਬਾਣੀ ਦੇ ਵਿੱਚ ਕਹਿੰਦੇ ਨੇ, ਵਣਜ ਕਰੋ ਵਣਜਾਰ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਨਿਵਾਹੀ ਹੈ ਜੈਸੀ ਨਿਭੈ ਨਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਸਾਉਣ ਭਾਦਰੋਂ ਦੇ ਮਹੀਨੇ ਦੇ ਵਿੱਚ ਰਾਤ ਨੂੰ ਇੱਕ ਥਾਂ ਤੇ ਮੰਜੇ ਦੇ ਉੱਪਰ ਬੈਠੇ ਹੋਏ ਨੇ, ਬਾਹਰ ਮੰਜੇ ਦੇ ਉੱਪਰ ਬੈਠ ਕੇ ਤੂੰ ਹੀ ਰਟੀ ਜਾ ਰਹੇ ਨੇ। ਤੇ ਮਾਤਾ ਤ੍ਰਿਪਤਾ ਜੀ ਉਸ ਸਮੇਂ ਉੱਠ ਕੇ ਹਜ਼ੂਰ ਨੂੰ ਕਹਿੰਦੇ ਨੇ, ਬੇਟਾ ਰਾਤ ਸਾਰੀ ਤੂੰ ਜਾਗਦਾ ਰਿਹਾ, ਰਾਤ ਸਾਰੀ ਤੂੰ ਹੀ ਪੁਕਾਰਦਾ ਰਿਹਾ, ਹੁਣ ਰਾਤ ਸਾਰੀ ਗੁਜ਼ਰ ਚੁੱਕੀ ਹੈ, ਰਾਤ ਬੀਤਣ ਵਾਲੀ ਹੈ, ਪਹੂ ਪੁਟਾਲਾ ਹੋਣ ਵਾਲਾ ਹੈ, ਘੱਟੋ ਘੱਟ ਥੋੜ੍ਹਾ ਜਿਹਾ ਆਰਾਮ ਕਰ ਲੈ, ਸੌਂ ਜਾ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਉਸ ਸਮੇਂ ਇੱਕ ਪਪੀਹੇ ਦੀ ਆਵਾਜ਼ ਪਈ। ਤੂੰ ਹੀ ਦੀ ਜਦੋਂ ਪਪੀਹੇ ਨੇ ਰੱਟ ਲਾਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਮਾਂ ਉਸ ਪਪੀਹੇ ਦੇ ਵੱਲ ਵੇਖ, ਜਿਹੜਾ ਇੱਕ ਪੰਛੀ ਹੈ, ਉਹ ਪਪੀਹਾ ਆਪਣੇ ਪਿਆਰੇ ਪੀਆ ਨੂੰ, ਬੱਦਲਾਂ ਨੂੰ ਵੇਖ ਕੇ ਤੂੰ ਹੀ ਦੀ ਰੱਟ ਲਾ ਰਿਹਾ ਹੈ। ਉਸ ਪੰਛੀ ਦਾ ਹੱਠ ਵੇਖ, ਕਿੰਨਾ ਉਸਦੇ ਅੰਦਰ ਪਰਮਾਤਮਾ ਨੂੰ, ਆਪਣੇ ਪੀਆ ਨੂੰ ਮਿਲਣ ਦੇ ਵਾਸਤੇ ਇੱਕ ਖਿੱਚ ਹੈ। ਪਰ ਮੈਨੂੰ ਤਾਂ ਵਾਹਿਗੁਰੂ ਨੇ ਇੱਕ ਮਨੁੱਖ ਬਣਾਇਆ ਹੋਇਆ, ਮੈਨੂੰ ਸਮਝ ਦਿੱਤੀ ਹੋਈ ਹੈ, ਵਿਵੇਕ ਬੁੱਧ ਦਿੱਤੀ ਹੋਈ ਹੈ, ਤੇ ਮੈਂ ਵੀ ਆਪਣੇ ਪਿਆਰੇ ਨੂੰ ਯਾਦ ਕਰ ਰਿਹਾ। ਜੇ ਮੈਂ ਯਾਦ ਕਰ ਰਿਹਾ, ਮਾਂ ਆ ਮੇਰੇ ਨਾਲ ਰਲ ਕੇ ਤੂੰ ਵੀ ਉਸ ਨੂੰ ਯਾਦ ਕਰ, ਸੰਗਤ ਵੀ ਹੋਵੇਗੀ ਤੇ ਆਪਾਂ ਦੋਵੇਂ ਰਲ ਕੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਵਾਂਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਦੇ ਵਿੱਚ ਕਹਿੰਦੇ ਨੇ, ਬਾਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਾ ਸੁਣੀ ਪੁਕਾਰ, ਮੇਘਿਆ ਨੂੰ ਫੁਰਮਾਨ ਹੋਆ ਵਰਸ ਹੋ ਕਿਰਪਾ ਧਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦਾ ਸਾਨੂੰ ਉਪਦੇਸ਼ ਦਿੱਤਾ ਹੈ, ਤੇ ਅੱਜ ਆਪਾਂ ਇਹ ਤੋਂ ਸਿੱਖ ਕੇ ਜਾਣਾ ਹੈ ਕਿ ਜੇ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ ਤੇ ਅੰਮ੍ਰਿਤ ਵੇਲੇ ਨੂੰ ਕਦੇ ਤਿਆਗਣਾ ਨਹੀਂ ਹੈ, ਅੰਮ੍ਰਿਤ ਵੇਲੇ ਨੂੰ ਕਦੇ ਛੱਡਣਾ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਜੋ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਨੇ, ਉਹਨਾਂ ਨੇ ਵਾਰਾਂ ਲਿਖੀਆਂ ਨੇ, 40 ਵਾਰਾਂ ਨੇ।
ਤੇ ਵਾਰਾਂ ਦੇ ਵਿੱਚ ਕਈ ਵਾਰ ਸਿੱਖਾਂ ਦੀ ਬੜੀ ਵਡਿਆਈ ਕਰਦੇ ਨੇ। ਕਿਹੜੀ ਸਿੱਖਾਂ ਦੀ? ਜਿਹੜੇ ਰਾਤ ਨੂੰ ਜਾਂ ਅੰਮ੍ਰਿਤ ਵੇਲੇ ਸੁੱਤੇ ਹੁੰਦੇ ਨੇ ਉਹਨਾਂ ਦੀ। ਜਿਹੜੇ ਸਿੱਖ ਕਿਸੇ ਲੋੜਵੰਦ ਦੀ ਸਹਾਇਤਾ ਨਹੀਂ ਕਰਦੇ, ਮਦਦ ਨਹੀਂ ਕਰਦੇ, ਕਿ ਉਹਨਾਂ ਸਿੱਖਾਂ ਦੀ? ਬਿਲਕੁਲ ਨਹੀਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਮੈਂ ਉਹਨਾਂ ਸਿੱਖਾਂ ਤੋਂ ਬਾਰ-ਬਾਰ ਕੁਰਬਾਨ ਜਾਨਾ ਜਿਹੜੇ ਪਿਛਲ ਰਾਤ ਉੱਠਦੇ ਨੇ ਤੇ ਪਿਛਲ ਰਾਤ ਉੱਠ ਕੇ ਵਾਹਿਗੁਰੂ ਨੂੰ ਯਾਦ ਕਰਦੇ ਨੇ। ਕੁਰਬਾਨੀ ਤਿਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿਨਾ ਗੁਰਸਿੱਖਾਂ ਅੰਮ੍ਰਿਤ ਵੇਲਾ ਸਰ ਨਾ ਬੰਦੇ। ਫਿਰ ਉਹਨਾਂ ਨੇ ਆਪਣੇ ਕਵਿਤਾਂ ਦੇ ਵਿੱਚ ਵੀ ਬੜੀ ਵਡਿਆਈ ਕੀਤੀ ਹੈ। ਕਹਿਣ ਲੱਗੇ ਕਿ ਮੇਰੇ ਸਿਰ ਦੀ ਚੋਟੀ ਤੋਂ ਲੈ ਕੇ ਪੈਰਾਂ ਦੇ ਨੋਹਾਂ ਤੱਕ ਸਾਰੇ ਸਰੀਰ ਨੂੰ ਜੇ ਅੱਗ ਦੇ ਵਿੱਚ ਸਾੜ ਦਿੱਤਾ ਜਾਏ, ਰਾਖ ਕਰ ਦਿੱਤਾ ਜਾਏ, ਸਾਰੇ ਮੇਰੇ ਹੱਡ ਜਿੰਨੇ ਵੀ ਆ ਇਹ ਅਸਥੀਆਂ ਨੇ, ਖੂਨ, ਇਹ ਰਕਤ, ਸਾਰਾ ਕੁਝ ਸੜ ਕੇ ਰਾਖ ਬਣ ਜਾਵੇ, ਭਸਮ ਬਣ ਜਾਵੇ। ਤੇ ਇਸ ਰਾਖ ਨੂੰ ਮੈਂ ਉਸ ਜਗ੍ਹਾ ਦੇ ਉੱਤੇ ਜਾ ਕੇ ਸੁੱਟਾਂ, ਉਸ ਰਸਤੇ ਤੇ ਜਾ ਕੇ ਸੁੱਟਾਂ ਜਿਸ ਰਸਤਿਓਂ ਅੰਮ੍ਰਿਤ ਵੇਲੇ ਗੁਰਸਿੱਖ ਜਾਂਦੇ ਹੋਣ। ਤੇ ਉਹਨਾਂ ਦੇ ਚਰਨਾਂ ਦੇ ਨਾਲ ਮੇਰੀ ਇਹ ਧੂੜ ਮਿਲ ਕੇ ਛੂਹ ਕੇ ਪਵਿੱਤਰ ਹੋ ਜਾਵੇ। ਜਿਉਂਦਿਆਂ ਦੀ ਵੀ ਇੰਨਾ ਪ੍ਰੇਮ, ਇੰਨਾ ਪਿਆਰ, ਤੇ ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਦੀ ਦਿਲੀ ਇੱਛਾ ਇਹ ਹੈ ਕਿ ਗੁਰਸਿੱਖਾਂ ਦੇ ਪੈਰਾਂ ਦੇ ਨਾਲ, ਚਰਨਾਂ ਦੇ ਨਾਲ ਮੇਰੀ ਇਸ ਸਰੀਰ ਦੀ ਰਾਖ, ਇਹ ਧੂੜ ਮਿਲ ਕੇ ਪਵਿੱਤਰ ਹੋਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਨੱਕ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ ਹੈ, ਅਗਨ ਜਲਾਏ ਫੁਨ ਪੀਸਨ ਪਿਸਾਏ ਤਾਹੇ, ਲੈ ਉਡੈ ਪਵਨ ਹੋਏ ਅਨੇਕ ਪ੍ਰਕਾਰੀ ਹੈ, ਜਤ ਕਤ ਸਿੱਖ ਪਗ ਧਰੈ ਗੁਰ ਪੰਥ ਪ੍ਰਾਤ, ਪ੍ਰਾਤ ਦਾ ਅਰਥ ਹੈ ਅੰਮ੍ਰਿਤ ਵੇਲਾ। ਜਤ ਕਤ ਸਿੱਖ ਪਗ ਧਰੈ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀ ਹੈ, ਤੇ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੈ ਦਇਆਲ ਮੋਹਿ ਪਤਿਤ ਉਧਾਰੀ ਹੈ। ਇਸ ਸੰਗਤ ਦੀ ਬੜੀ ਵਡਿਆਈ ਹੈ। ਮਹਾਰਾਜ ਅੰਮ੍ਰਿਤ ਬਾਣੀ ਦੇ ਵਿੱਚ ਜਿੱਥੇ ਸਮਝਾ ਰਹੇ ਨੇ ਕਿ ਜੇ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖਾਂ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਦਾ ਹੈ ਤੇ ਉਸਦਾ ਜੀਵਨ ਵੀ ਦੂਜੇ ਗੁਰਸਿੱਖ ਵਰਗਾ ਹੋ ਜਾਂਦਾ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸਨਾਤਨ ਮੱਤ ਦੀ ਵੀ ਉਦਾਹਰਨ ਦਿੱਤੀ ਹੈ, ਬਾਕੀ ਵੀ ਉਦਾਹਰਨਾਂ ਦਿੱਤੀਆਂ ਨੇ ਕਵਿਤ ਦੇ ਵਿੱਚ। ਭਾਈ ਸਾਹਿਬ ਜੀ ਕਹਿੰਦੇ ਨੇ ਇਹ ਮੰਨਿਆ ਜਾਂਦਾ ਹੈ ਕਿ ਸੁਖਦੇਵ ਰਿਸ਼ੀ ਦਾ ਜਦੋਂ ਜਨਮ ਹੋਇਆ ਤੇ ਉਸ ਸਮੇਂ ਜਿਸ ਵੀ ਬੱਚੇ ਦਾ ਜਨਮ ਹੋਇਆ ਸਾਰੇ ਸਿੱਧ ਹੋ ਗਏ, ਸਾਰੇ ਉੱਚੇ ਸੁੱਚੇ ਜੀਵਨ ਵਾਲੇ ਹੋ ਗਏ। ਦੂਜੀ ਉਦਾਹਰਨ ਉਹਨਾਂ ਨੇ ਦਿੱਤੀ, ਕਹਿਣ ਲੱਗੇ ਕਿ ਸਵੰਤੀ ਦੀਆਂ ਬੂੰਦਾਂ ਆਕਾਸ਼ ਦੇ ਵਿੱਚੋਂ ਡਿੱਗਦੀਆਂ ਨੇ ਤੇ ਜਦੋਂ ਉਹ ਸਵੰਤੀ ਦੀਆਂ ਬੂੰਦਾਂ ਸਮੁੰਦਰ ਦੇ ਵਿੱਚ ਡਿੱਗਦੀਆਂ ਨੇ, ਉਹ ਸਿੱਪੀ ਦੇ ਵਿੱਚ ਪੈ ਜਾਣ ਤੇ ਮੋਤੀ ਬਣ ਜਾਂਦੀਆਂ ਨੇ। ਗੱਲ ਇਹ ਸੰਗਤ ਦੀ ਹੈ। ਫਿਰ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਕਿ 52 ਚੰਦਨ ਜੋ ਕਿ 52 ਉਂਗਲਾਂ ਉਤਾਂ ਨੂੰ ਉੱਚਾ ਹੁੰਦਾ ਹੈ, ਉਸ ਨੂੰ 52 ਚੰਦਨ ਕਿਹਾ ਜਾਂਦਾ ਹੈ। 52 ਦਾ ਅਰਥ 52। ਕਹਿਣ ਲੱਗੇ ਉਸ ਦੀ ਬੜੀ ਸੁਗੰਧੀ ਹੈ। ਜੰਗਲ ਦੇ ਵਿੱਚ ਜੇ ਘੱਟੋ ਘੱਟ ਇੱਕ ਹੀ ਦਰਖਤ ਹੋਵੇ ਚੰਦਨ ਦਾ ਤੇ ਸਾਰੇ ਜੰਗਲ ਦੇ ਵਿੱਚੋਂ ਉਸ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਕਹਿਣ ਲੱਗੇ ਜੇ ਹਵਾ ਉਸ ਦੇ ਨਾਲ ਟੱਚ ਕਰਕੇ ਛੂਹ ਕੇ ਬਾਕੀ ਰੁੱਖਾਂ ਦੇ ਨਾਲ ਜੇ ਛੂਹ ਜਾਵੇ ਤੇ ਸਾਰੇ ਰੁੱਖਾਂ ਦੇ ਵਿੱਚੋਂ 52 ਚੰਦਨ ਦੀ ਸੁਗੰਧ ਆਉਂਦੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਕੋਈ ਸੱਜਣ ਅੰਮ੍ਰਿਤ ਵੇਲੇ ਉੱਠ ਕੇ ਕਿਸੇ ਐਸੇ ਗੁਰਸਿੱਖ ਦੀ ਸੰਗਤ ਕਰਦਾ ਹੈ ਜੋ ਵਾਹਿਗੁਰੂ ਦੇ ਨਾਲ ਜੁੜਿਆ ਹੋਵੇ ਤੇ ਉਸ ਦਾ ਜੀਵਨ ਵੀ ਉਸ ਗੁਰਸਿੱਖ ਵਰਗਾ ਹੀ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੈਸੇ ਸੁਖਦੇਵ ਕੇ ਜਨਮ ਸਮੈ ਜਾਂ ਕੋ ਜਨਮ ਭਇਓ ਤੇ ਸਕਲ ਸਿੱਧ ਜਾਨੀ ਹੈ। ਫਿਰ ਦੂਜੀ ਉਦਾਹਰਨ ਉਹਨਾਂ ਨੇ ਦਿੱਤੀ ਹੈ ਸਿੱਪੀ ਦੀ, ਸਵਾਤ ਬੂੰਦ ਜੋਈ ਜੋਈ ਪਰਤ ਸਮੁੰਦਰ ਵਿਖੈ, ਸੀਵ ਕੈ ਸੰਜੋਗ ਮੁਖਤਾਹਲ ਬਖਾਨੀ ਹੈ। ਫਿਰ ਤੀਜੀ ਉਦਾਹਰਨ ਚੰਦਨ ਦੀ, 52 ਸੁਗੰਧ ਸੰਬੰਧ ਪਾਉਨ ਗੌਨ ਕਰੈ, ਲਾਗੈ ਜਾਹੀ ਜਾਹੀ ਦੁਰਮ ਚੰਦਨ ਸਵਾਨੀ ਹੈ। ਤੈਸੇ ਗੁਰਸਿੱਖ ਸੰਗ ਜੋ ਜੋ ਜਾਗਤ ਅੰਮ੍ਰਿਤ ਜੋਗ, ਸ਼ਬਦ ਪ੍ਰਸਾਦ ਮੋਖ ਪਦ ਪਰਵਾਨੀ ਹੈ। ਇੱਕ ਹੋਰ ਐਸੇ ਸਿੱਖ ਨੇ ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਬੜੇ ਅਜ਼ੀਜ਼ ਨੇ, ਜਿਨ੍ਹਾਂ ਦੀ ਰਚਨਾ ਨੂੰ ਸਿੱਖ ਧਰਮ ਦੇ ਵਿੱਚ ਪ੍ਰਵਾਨਿਤ ਕੀਤਾ ਗਿਆ। ਜਦੋਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੀਰਤਨ ਗਾਇਨ ਕਰਨ ਦੀ ਗੱਲ ਆਈ
ਤੇ ਉੱਥੇ ਇਹ ਲਿਖਿਆ ਗਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਕਵਿਤ ਤੇ ਭਾਈ ਨੰਦ ਲਾਲ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਕੀਰਤਨੀਏ ਗਾ ਸਕਦੇ ਨੇ। ਬਾਕੀ ਹੋਰ ਜਿਹੜੀ ਅਨਮਤ ਦੀ ਬਾਣੀ ਹੈ ਉਸ ਨੂੰ ਕੀਰਤਨ ਰੂਪ ਦੇ ਵਿੱਚ ਗਾਇਆ ਨਹੀਂ ਜਾ ਸਕਦਾ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਸ਼ਾਮ ਦੇ ਵੇਲੇ ਜਾ ਰਿਹਾ ਸਾਂ, ਰਸਤਿਓਂ ਜਾਂਦਿਆਂ ਜਾਂਦਿਆਂ ਮੇਰਾ ਧਿਆਨ ਇੱਕ ਦਰਵਾਜ਼ੇ ਤੋਂ ਦੂਰ ਕਿਸੇ ਮਹਿਫਿਲ ਦੇ ਵਿੱਚ ਜਾ ਕੇ ਟਿਕ ਗਿਆ। ਮਹਿਫਿਲ ਸਜੀ ਹੋਈ ਸੀ, ਕਹਿਣ ਲੱਗੇ ਉੱਥੇ ਸਾਜ਼ ਪਏ ਹੋਏ ਸਨ ਤੇ ਸੁਰ ਹੋਏ ਸਾਜ਼ਾਂ ਨੂੰ ਸਾਜ਼ ਵਜਾਉਣ ਵਾਲੇ ਸਾਜ਼ਿੰਦੇ ਵਜਾ ਰਹੇ ਸਨ। ਯੁਵਤੀਆਂ ਨਾਚ ਕਰ ਰਹੀਆਂ ਸਨ, ਦਰਸ਼ਕ ਵੇਖ ਰਹੇ ਸਨ, ਸਰੋਤੇ ਸੁਣ ਰਹੇ ਸਨ। ਉੱਥੇ ਸੁਰਾਹੀ ਪਈ ਹੋਈ ਸੀ, ਜਾਮ ਪਿਆ ਹੋਇਆ ਸੀ, ਜਿਸ ਦੇ ਨਾਲ ਲੋਕ ਸੁਰਾ ਪੀ ਰਹੇ ਸਨ, ਸ਼ਰਾਬ ਪੀ ਰਹੇ ਸਨ। ਕਹਿਣ ਲੱਗੇ ਕਿ ਮਹਿਫਿਲ ਇੱਕ ਰੰਗ ਦੇ ਵਿੱਚ ਸਜੀ ਹੋਈ ਸੀ। ਕਹਿਣ ਲੱਗੇ ਮੈਂ ਉੱਥੋਂ ਚੱਲ ਪਿਆ, ਤੁਰ ਪਿਆ। ਅੰਮ੍ਰਿਤ ਵੇਲਾ ਹੋ ਗਿਆ ਤੇ ਫਿਰ ਮੈਂ ਅੰਮ੍ਰਿਤ ਵੇਲੇ ਉੱਠ ਕੇ ਉਸੇ ਰਸਤੇ ਦੇ ਰਾਹੀਂ ਗੁਜ਼ਰਿਆ। ਮੇਰਾ ਧਿਆਨ ਫਿਰ ਉਸੇ ਮਹਿਫਿਲ ਦੇ ਵੱਲ ਚਲਾ ਗਿਆ। ਮੈਂ ਉਸ ਮਹਿਫਿਲ ਦੇ ਵੱਲ ਵੇਖ ਰਿਹਾ ਸਾਂ, ਵੈਸਾ ਮਾਹੌਲ ਨਹੀਂ ਸੀ। ਯੁਵਤੀਆਂ ਸਾਰੀਆਂ ਸੁੱਤੀਆਂ ਹੋਈਆਂ ਸਨ, ਸੁਰਾਹੀ ਮੁੱਦੀ ਪਈ ਹੋਈ ਸੀ, ਪਿਆਲਾ ਵੀ ਮੁੱਦਾ ਪਿਆ ਹੋਇਆ ਸੀ। ਜਿਹੜੇ ਦਰਸ਼ਕ ਵੇਖ ਰਹੇ ਸਨ, ਸਰੋਤੇ ਸੁਣ ਰਹੇ ਸਨ, ਸਾਰੇ ਸੁੱਤੇ ਹੋਏ ਸਨ। ਉੱਥੇ ਸਾਜ਼ ਵੱਜ ਨਹੀਂ ਸੀ ਰਹੇ, ਸਾਜ਼ ਵਜਾਉਣ ਵਾਲੇ ਵੀ ਬਹੁਤ ਘੂਕੀ ਸੁੱਤੇ ਹੋਏ ਸਨ। ਤੇ ਉੱਥੇ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਮੈਂ ਵੇਖਿਆ ਕਿ ਇੱਕ ਦੀਵਾ ਲੱਟ ਲੱਟ ਕਰਕੇ ਜਲ ਰਿਹਾ ਸੀ, ਜਗ ਰਿਹਾ ਸੀ। ਮੇਰੇ ਮਨ ਵਿੱਚ ਖਿਆਲ ਆਇਆ ਇਹ ਸਾਰੀ ਮਹਿਫਿਲ ਦੇ ਵਿੱਚੋਂ ਇੱਕੋ ਇਹ ਦੀਵਾ ਹੈ ਜਿਹੜਾ ਅੰਮ੍ਰਿਤ ਵੇਲੇ ਵੀ ਜਗ ਰਿਹਾ ਹੈ। ਇਸੇ ਤਰ੍ਹਾਂ ਪੂਰੇ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਬਹੁਤ ਸਾਰੇ ਕਰੋੜਾਂ ਅਰਬਾਂ ਮਨੁੱਖਾਂ ਦੇ ਵਿੱਚੋਂ ਉਸ ਦੀਵੇ ਦੀ ਤਰ੍ਹਾਂ ਬੜੇ ਵਿਰਲੇ ਜਿਹੇ ਮਨੁੱਖ ਨੇ ਜੋ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਨੂੰ ਯਾਦ ਕਰਦੇ ਨੇ ਤੇ ਉਹਨਾਂ ਦਾ ਜੀਵਨ ਉਸ ਦੀਵੇ ਦੀ ਤਰ੍ਹਾਂ ਰੁਸ਼ਨਾ ਜਾਂਦਾ ਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ ਸੁਬਹਾ ਦਮ ਗੋਇਆ ਤਮਾਸ਼ਾਏ ਅਜੀਬ, ਜੁਮਲਾ ਆਲਮ ਖੁਬਤਾਓ ਬੇਦਾਰ ਸ਼ਮਾ। ਬੜਾ ਅਚਰਜ ਤਮਾਸ਼ਾ ਵੇਖ ਰਿਹਾ, ਬੜਾ ਹੈਰਾਨੀਜਨਕ ਕੌਤਕ ਜਿਹਾ ਵੇਖ ਰਿਹਾ ਹਾਂ। ਸਾਰੀ ਮਹਿਫਿਲ ਸੁੱਤੀ ਹੋਈ ਹੈ। ਭਾਈ ਨੰਦ ਲਾਲ ਸਾਹਿਬ ਜੀ ਦੇ ਕੋਲ ਅੱਜ ਬੜੇ ਗੁਰਸਿੱਖ ਆ ਗਏ। ਹੱਥ ਜੋੜ ਕੇ ਕਿਹਾ ਬੜੇ ਤੁਸੀਂ ਕਲਗੀਧਰ ਪਾਤਸ਼ਾਹ ਜੀ ਦੇ ਅਜ਼ੀਜ਼ ਹੋ, ਬੜੇ ਪਿਆਰੇ ਹੋ, ਤੁਹਾਡੇ ਨਾਲ ਕਲਗੀਧਰ ਪਾਤਸ਼ਾਹ ਨੇ ਬੜੀ ਮੁਹੱਬਤ ਕੀਤੀ ਹੈ। ਕਿ ਤੁਸੀਂ ਜਦੋਂ ਅਨੰਦਪੁਰ ਸਾਹਿਬ ਆਏ ਸੀ ਕਿ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਸੀ ਜੋ ਸਦੀਵ ਤੁਸੀਂ ਯਾਦ ਕਰਦੇ ਹੋ? ਕਹਿਣ ਲੱਗੇ ਦੁਨੀਆ ਦੇ ਵਿੱਚ ਵੇਖਦੇ ਆ ਵੱਖ-ਵੱਖ ਤੀਰਥ ਨੇ, ਵੱਖ-ਵੱਖ ਧਰਮ ਨੇ ਤੇ ਵੱਖਰੇ ਵੱਖਰੇ ਧਰਮਾਂ ਦੇ ਲੋਕ ਜਦੋਂ ਆਪਣੇ ਤੀਰਥ ਦੇ ਉੱਤੇ ਜਾਂਦੇ ਨੇ, ਧਾਰਮਿਕ ਅਸਥਾਨ ਤੇ ਜਾਂਦੇ ਨੇ ਤੇ ਉੱਥੇ ਜਾ ਕੇ ਇੱਕ ਪ੍ਰਣ ਕਰਕੇ ਆਉਂਦੇ ਨੇ। ਉੱਥੇ ਜਾ ਕੇ ਇੱਕ ਸਹੁੰ ਲੈਂਦੇ ਨੇ ਕਿ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਾਂਗਾ, ਅੱਜ ਤੋਂ ਬਾਅਦ ਮੈਂ ਚੋਰੀ ਕਰਨੀ ਛੱਡ ਦੇਵਾਂਗਾ, ਅੱਜ ਤੋਂ ਬਾਅਦ ਮੈਂ ਝੂਠ ਬੋਲਣਾ ਛੱਡ ਦੇਵਾਂਗਾ, ਅੱਜ ਤੋਂ ਬਾਅਦ ਮੈਂ ਰਿਸ਼ਵਤ ਲੈਣੀ ਛੱਡ ਦੇਵਾਂਗਾ। ਕੋਈ ਨਾ ਕੋਈ ਕੁਕਰਮ ਅੰਦਰ ਹੋਵੇ ਤੇ ਮਨੁੱਖ ਉੱਥੇ ਸਹੁੰ ਖਾ ਕੇ ਆਉਂਦਾ ਹੈ, ਪ੍ਰਣ ਕਰਕੇ ਆਉਂਦਾ ਮੈਂ ਤਿਆਗ ਦੇਵਾਂਗਾ। ਸਿੱਖਾਂ ਨੇ ਸਵਾਲ ਕੀਤਾ ਭਾਈ ਸਾਹਿਬ ਜੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਰੂਪੀ ਤੀਰਥ ਦੇ ਉੱਤੇ ਆਏ ਸੀ, ਇਸ ਨਗਰੀ ਦੇ ਵਿੱਚ ਆਏ ਸੀ, ਆ ਕੇ ਕਲਗੀਧਰ ਪਾਤਸ਼ਾਹ ਨੂੰ ਮਿਲੇ ਸੀ, ਕਿ ਤੁਸੀਂ ਵੀ ਕੋਈ ਪ੍ਰਣ ਲਿਆ ਸੀ, ਸਹੁੰ ਖਾਧੀ ਸੀ? ਭਾਈ ਨੰਦ ਲਾਲ ਜੀ ਕਹਿੰਦੇ ਬਿਲਕੁਲ। ਜਦੋਂ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮਿਲਿਆ ਸਾਂ, ਇੱਥੇ ਆ ਕੇ ਮੈਂ ਇੱਕ ਸਹੁੰ ਖਾਧੀ ਸੀ, ਮੈਂ ਇੱਕ ਪ੍ਰਣ ਲਿਆ ਸੀ ਕਿ ਅੰਮ੍ਰਿਤ ਵੇਲੇ ਸੌਣਾ ਮੈਂ ਹਰਾਮ ਹੈ, ਅੰਮ੍ਰਿਤ ਵੇਲੇ ਮੇਰੇ ਵਾਸਤੇ ਸੌਣਾ ਹਰਾਮ ਹੈ। ਮੈਂ ਅੰਮ੍ਰਿਤ ਵੇਲੇ ਕਦੇ ਸੌਵਾਂਗਾ ਨਹੀਂ, ਮੈਂ ਅੰਮ੍ਰਿਤ ਵੇਲੇ ਨਾ ਸੌਣ ਦੀ ਸਹੁੰ ਖਾਧੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੀ ਰਚਨਾ ਦੇ ਵਿੱਚ ਕਹਿੰਦੇ ਨੇ ਬੇਦਾਰੀ ਅਸਤ ਜ਼ਿੰਦਗੀ ਏ ਸਾਹਿਬਾਨੇ ਸ਼ੌਕ, ਪਰਮਾਤਮਾ ਦੇ ਪਿਆਰਿਆਂ ਦੇ ਵਾਸਤੇ ਜਾਗਦੇ ਰਹਿਣਾ ਹੀ ਜ਼ਿੰਦਗੀ ਹੈ। ਜੇ ਨਾ ਜਾਗਣ
ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਅੰਦਰੂਨੀ ਤੌਰ 'ਤੇ ਉਹ ਮਰ ਗਏ ਹੋਣ। ਭਾਈ ਸਾਹਿਬ ਕਹਿੰਦੇ ਨੇ, ਬੇਦਾਰੀ ਅਸਤ ਜ਼ਿੰਦਗੀ ਏ ਸਾਹਿਬਾਨ ਸ਼ੌਕ, ਗੋਇਆ ਹਰਾਮ ਕਰਦਨ ਅੱਜ ਆਇੰਦਾ ਖਾਬ ਸੁਬਹਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸਿੱਖਾਂ ਨੂੰ ਇਹ ਬਹੁਤ ਵੱਡਾ ਪੈਗਾਮ ਦਿੱਤਾ ਹੈ ਕਿ ਸਿੱਖ ਦੇ ਉੱਤੇ ਭਾਵੇਂ ਕਿੰਨੀ ਵੱਡੀ ਵਿਪਤਾ ਆ ਜਾਵੇ, ਮੁਸੀਬਤ ਆ ਜਾਵੇ, ਕੋਈ ਬਹੁਤ ਵੱਡਾ ਦੁੱਖ ਦਾ ਪਹਾੜ ਆ ਕੇ ਟੁੱਟ ਪਵੇ, ਪਰ ਸਿੱਖ ਨੇ ਕਦੇ ਅੰਮ੍ਰਿਤ ਵੇਲੇ ਨੂੰ ਤਿਆਗਣਾ ਨਹੀਂ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ, ਕਿਲ੍ਹੇ ਨੂੰ ਤਿਆਗਿਆ, ਮਹਾਰਾਜ ਸਰਸਾ ਦੇ ਕਿਨਾਰੇ ਆਏ ਤੇ ਪਿੱਛੋਂ ਜਿਹੜੀ ਪਹਾੜੀਆਂ ਦੀ ਫੌਜ ਹੈ, ਮੁਗਲਾਂ ਦੀ ਫੌਜ ਹੈ, ਉਹ ਚੜ੍ਹ ਕੇ ਆ ਰਹੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਸਾ ਕੀ ਵਾਰ ਉੱਥੇ ਆ ਕੇ ਸਰਸਾ ਦੇ ਕਿਨਾਰੇ ਰੁਕ ਜਾਂਦੇ ਨੇ ਤੇ ਉੱਥੇ ਰੁਕ ਕੇ ਮਹਾਰਾਜ ਜੀ ਨੇ ਦੀਵਾਨ ਸਜਾ ਲਿਆ। ਮੁਸਲਮਾਨ ਸ਼ਾਇਰ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਕਿ ਬੜਾ ਮੈਂ ਹੈਰਾਨ ਆ, ਦੁਨੀਆ ਦੇ ਵਿੱਚ ਇਸ ਤਰ੍ਹਾਂ ਕਦੇ ਨਹੀਂ ਵੇਖਿਆ ਕਿ ਇੰਨੀ ਵੱਡੀ ਸੈਨਾ ਆ ਰਹੀ ਹੋਵੇ, ਫੌਜ ਆ ਰਹੀ ਹੋਵੇ, ਕੋਈ ਚਿੰਤਾ ਨਾ ਹੋਵੇ, ਕੋਈ ਫਿਕਰ ਨਾ ਹੋਵੇ, ਕੋਈ ਝੋਰਾ ਨਾ ਹੋਵੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਆ ਕੇ ਦੀਵਾਨ ਸਜਾ ਲਿਆ ਤੇ ਆਸਾ ਕੀ ਵਾਰ ਦਾ ਕੀਰਤਨ ਗਾਇਨ ਕਰਨ ਲੱਗ ਪਏ। ਆਪਣੇ ਸਿੱਖਾਂ ਨੂੰ ਕਹਿਣ ਲੱਗੇ ਕਿ ਇੱਥੇ ਆਸਾ ਕੀ ਵਾਰ ਦਾ ਕੀਰਤਨ ਸੰਪੂਰਨ ਹੋਵੇਗਾ, ਫਿਰ ਆਪਾਂ ਸਰਸਾ ਨਦੀ ਨੂੰ ਪਾਰ ਕਰਕੇ ਅੱਗੇ ਜਾਵਾਂਗੇ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, था सर पे वक्त आ गया आशा की वार का, साजों के जीरो बम का चढ़ाओ उतार का, मनशा था कलगीधर के दिले बेकरार का, मौका मिले तो कर ले भजन करदगार का, जब माह बंदगी हुए नानक के जान नशी, आ टूटे खालसा पे अचानक कई लई। इन्ना ज़्यादा बाणी दे नाल मुहब्बत ते अमृत वेले की संभाल साडे दे उत्ते थोड़ी जी विपता आ जाए, मुसीबत आ जाए, बीमार हो जाइए, अमृत वेले नूं त्याग देने आ, नितनेम करना आपां छड्ड देने आ। पर जो गुरु नानक साहब महाराज ने संदेश दिता है कि भावें जीवन दे विच बहुत सारे दुख भी आ जाण, विपता भी आ जाए, पर कदे वाहिगुरू नूं याद करना त्यागना नहीं है। सतगुरु जी दया करन, रहमत करन, जो हजूर ने हर एक सिख नूं पैगाम दिता है, गुर सतगुर का जो सिख अखाए, सो भल के उठ हर नाम ध्यावै, उद्यम करे भल के प्रभाती, इशनान करे अमृत सर नहावै। उस संदेश नूं आपां जीवन दे विच धारण करिए तां जो साडा ये जीवन सफल हो सके, सार्थक हो सके। आप सब संगत का बहुत बहुत हार्दिक धन्नवाद है, जिन्हां ने बड़े अदब और इकाग्रता दे नाल अमृत बाणी दी विचार सरवण कीती है। समुची संगत का और समुची प्रबंधक कमेटी का भी बहुत धन्नवाद है। होइयां भुलां दी खिमा। वाहिगुरू जी का खालसा, वाहिगुरू जी की फतेह।